धरती दे वल तेरे वधदे कदम पावन धरती दे वल तेरे वधदे कदम तेरे जीवन दे बंदेरा खोलणगे रब दी बरकत दे नाल उजड़े खिल जाणगे सुते पाग तेरे जाग तैनू डोलणगे पावन धरती दे वल मंगी दुआ पूरी हो जावेगी वगदी हनेरी भी खलो जावेगी मंगी दुआ पूरी हो जावेगी वगदी हनेरी भी खलो जावेगी फिर ना होवेगा डर ना ही कोई फिकर खंभ आत्मा दे तेरे उत्ते डोलने रब दी बरकत दे नाल उजड़े खिल जाणगे सुते पाग तेरे जाग तैनू डोलने पावन धरती दे वल तेरे वधदे कदम तेरे जीवन दे बंदेरा खोलणे पावन धरती दे वल प्रार्थना भवन टीवी देख रहे सारे दर्शकों ਨੂੰ ਮੇਰੇ ਵੱਲੋਂ ਜੈ ਯਿਸੂ ਮਸੀਹ ਕੀ। ਸੋ ਦਰਸ਼ਕੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਜਲੰਧਰ ਡਾਇਸਿਸ ਦੇ 골ਡਨ ਜੁਬਲੀ ਸਾਲ ਦੇ ਮੌਕੇ ਤੇ
ਅਸੀਂ ਤੁਹਾਨੂੰ ਦੇ ਰਹੇ ਹਾਂ ਜਾਣਕਾਰੀ ਜਲੰਧਰ ਡਾਇਓਸੀਸ ਦੇ ਇਤਿਹਾਸਿਕ ਗਿਰਜਾਘਰਾਂ ਦੀ ਅਤੇ ਇਹਨਾਂ ਇਤਿਹਾਸਿਕ ਗਿਰਜਾਘਰਾਂ ਦੀ ਕੜੀ ਦੇ ਵਿੱਚ ਅੱਜ ਅਸੀਂ ਪਹੁੰਚ ਚੁੱਕੇ ਹਾਂ ਸੇਂਟ ਐਂਥਨੀ ਚਰਚ ਸੰਸਾਰਪੁਰ। ਪਿੰਡ ਸੰਸਾਰਪੁਰ ਵਿਖੇ ਕੈਥੋਲਿਕ ਕਲੀਸਿਆ ਦਾ ਆਰੰਭ 1937 ਤੋਂ ਮੰਨਿਆ ਜਾਂਦਾ ਹੈ, ਜਦੋਂ ਸੋਸਾਇਟੀ ਆਫ ਦ ਡਿਸਾਈਪਲਸ ਆਫ ਦ ਲਾਰਡ ਦੇ ਜਲੰਧਰ ਛਾਉਣੀ ਦੇ ਸਕੂਲ ਵਿੱਚ ਪੜ੍ਹਾ ਰਹੇ ਦੋ ਕੈਪੂਚਿਨਸ ਬ੍ਰਦਰਸ ਨੇ ਸੰਸਾਰਪੁਰ ਵਿਖੇ ਆਉਣਾ ਆਰੰਭ ਕੀਤਾ। ਸ਼ੁਰੂਆਤੀ ਦੌਰ ਦੇ ਵਿੱਚ ਉਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਸੰਸਾਰਪੁਰ ਦੇ ਲੋਕਾਂ ਨੇ ਉਹਨਾਂ ਨੂੰ ਨਹੀਂ ਅਪਣਾਇਆ ਸੀ। ਉਹਨਾਂ ਨੂੰ ਪੱਥਰ ਵੀ ਮਾਰੇ ਜਾਂਦੇ ਸਨ ਅਤੇ ਜਦੋਂ ਉਹ ਸੰਸਾਰਪੁਰ ਪਿੰਡ ਦੇ ਵਿੱਚ ਆਉਂਦੇ ਸਨ ਤਾਂ ਉਹਨਾਂ ਨੂੰ ਬੈਠਣ ਦੇ ਲਈ ਮੰਜੀ ਜਾਂ ਕੁਰਸੀ ਵੀ ਨਹੀਂ ਦਿੱਤੀ ਜਾਂਦੀ ਸੀ। ਪਰ ਫਿਰ ਵੀ ਇਹਨਾਂ ਬ੍ਰਦਰਸ ਨੇ ਕਦੇ ਵੀ ਹੌਸਲਾ ਨਹੀਂ ਹਾਰਿਆ ਅਤੇ ਇਹਨਾਂ ਦੀ ਇਸੇ ਹੀ ਮਿਹਨਤ ਦਾ ਫਲ ਹੈ ਕਿ ਅੱਜ ਸੰਸਾਰਪੁਰ ਪਿੰਡ ਦੇ ਵਿੱਚ ਕੈਥੋਲਿਕ ਕਲੀਸਿਆ ਦਾ ਨਿਰਮਾਣ ਹੋ ਚੁੱਕਾ ਹੈ। ਪ੍ਰਾਰਥਨਾ ਭਵਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈ ਯਿਸੂ ਮਸੀਹ ਕੀ। ਸੋ ਦਰਸ਼ਕੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅੱਜ ਅਸੀਂ ਮੌਜੂਦ ਹਾਂ ਸੇਂਟ ਐਂਥਨੀ ਚਰਚ ਸੰਸਾਰਪੁਰ ਵਿਖੇ ਅਤੇ ਜਾਣਾਂਗੇ ਇਸ ਗਿਰਜਾਘਰ ਦੇ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਅਤੇ ਜ਼ਰੂਰੀ ਗੱਲਾਂ ਨੂੰ ਇਸ ਗਿਰਜਾਘਰ ਦੇ ਮੌਜੂਦਾ ਪੈਰਿਸ਼ ਪ੍ਰੀਸਟ ਰੈਵਰੈਂਡ ਫਾਦਰ ਜੌਨ ਮਨਾਥਨਾਥ ਦੀ ਜ਼ਬਾਨੀ। ਜੈ ਯਿਸੂ ਕੀ ਫਾਦਰ ਜੀ। ਜੈ ਯਿਸੂ ਦੀ। ਸੋ ਫਾਦਰ ਜੀ, ਸਭ ਤੋਂ ਪਹਿਲਾਂ ਮੈਂ ਚਾਹਾਂਗੀ ਕਿ ਤੁਸੀਂ ਸਾਡੇ ਪ੍ਰਾਰਥਨਾ ਭਵਨ ਟੀਵੀ ਦੇ ਦਰਸ਼ਕਾਂ ਨੂੰ ਇਸ ਗਿਰਜਾਘਰ ਦੇ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਅਤੇ ਜ਼ਰੂਰੀ ਗੱਲਾਂ ਦੀ ਜਾਣਕਾਰੀ ਦਿਓ। ਸੰਸਾਰਪੁਰ ਪਿੰਡ ਦੇ ਵਿੱਚ ਜੋ ਚਰਚ ਤੁਸੀਂ ਹੁਣ ਦੇਖ ਰਹੇ ਹੋ, ਇਸ ਦਾ ਉਸਾਰੀ ਦਾ ਕੰਮ 2003 ਨੂੰ ਸੰਪੂਰਨ ਹੋਇਆ ਅਤੇ ਇਸ ਪਿੰਡ ਦੇ ਵਿੱਚ ਕਲੀਸਿਆ ਦਾ ਇਤਿਹਾਸ ਇਸ ਤੋਂ ਵੀ ਪੁਰਾਣੀ ਹੈ। ਇਸ ਦਾ ਇਤਿਹਾਸ ਸ਼ੁਰੂ ਹੁੰਦਾ 1937 ਦੇ ਵਿੱਚ। 1937 ਦੇ ਵਿੱਚ ਕੁਝ ਕੈਪੂਚਿਨ ਮਿਸ਼ਨਰੀਆਂ ਇਸ ਪਿੰਡ ਦੇ ਵਿੱਚ ਆਏ ਅਤੇ ਉਹਨਾਂ ਨੇ ਇੱਥੇ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ। ਸ਼ੁਰੂ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਹ ਆਪਣੇ ਉਸ ਕੰਮ ਦੇ ਵਿੱਚ ਅਟਲ ਰਿਹਾ ਅਤੇ ਇਸ ਪਿੰਡ ਦੇ ਬਹੁਤ ਸਾਰੇ ਲੋਕ ਉਹਨਾਂ ਦਾ ਪ੍ਰਚਾਰ ਨੂੰ ਸੁਣ ਕੇ ਪ੍ਰਭੂ ਯਿਸੂ ਮਸੀਹ ਵਿੱਚ ਈਮਾਨ ਲਿਆਇਆ ਅਤੇ ਵਿਸ਼ਵਾਸੀ ਬਣੇ। ਇਸ ਤਰ੍ਹਾਂ ਇੱਥੇ ਕਲੀਸਿਆ ਦੀ ਸ਼ੁਰੂਆਤ ਹੋਈ ਅਤੇ ਅੱਜ ਇਸ ਪੈਰਿਸ਼ ਦੇ ਵਿੱਚ 180 ਪਰਿਵਾਰ ਨੇ ਅਤੇ ਬਹੁਤ ਸਾਰੇ ਸੰਗਤ ਇੱਥੇ ਪਾਕਮਾਸ ਲਈ ਇਕੱਠੇ ਹੁੰਦੇ ਨੇ। ਇਸ ਗਿਰਜਾਘਰ ਦਾ ਸਰਪ੍ਰਸਤ ਸੰਤ ਐਂਥਨੀ ਹੈ। ਸੰਤ ਐਂਥਨੀ ਕੈਥੋਲਿਕ ਕਲੀਸਿਆ ਦੇ ਵਿੱਚ ਇੱਕ ਮਹਾਨ ਸੰਤ ਹੈ, ਜਿਸ ਦਾ ਜਨਮ ਪੁਰਤਗਾਲ ਦਾ ਲਿਸਬਨ ਦੇ ਵਿੱਚ ਹੋਇਆ ਅਤੇ ਉਸਨੇ ਇੱਕ ਫਰਾਂਸਿਸਕਨ ਪੁਰੋਹਿਤ ਦੇ ਰੂਪ ਤੌਰ ਤੇ ਆਪਣਾ ਸੇਵਾ ਦਾ ਕੰਮ ਪਾਦੂਆ, ਇਟਲੀ ਦਾ ਪਾਦੂਆ ਦੇ ਵਿੱਚ ਨਿਭਾਇਆ। ਉਹ ਸੰਤ ਇੰਨਾ ਮਹੱਤਵਪੂਰਨ ਹੈ ਕਿ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਅਸੀਂ ਸੰਤ ਐਂਥਨੀ ਨੂੰ ਸਮਰਪਿਤ ਗਿਰਜਾਘਰ ਵੇਖ ਸਕਦੇ ਹਾਂ। ਜਿਸ ਤਰ੍ਹਾਂ ਉਹਨਾਂ ਦੇ ਵਿੱਚ ਇੱਕ ਹੈ ਸੰਸਾਰਪੁਰ ਦੀ ਸੰਤ ਐਂਥਨੀਸ ਗਿਰਜਾਘਰ ਜੀ। ਸੰਤ ਐਂਥਨੀ ਖਾਸ ਕਰਕੇ ਗੁਆਚੇ ਹੋਏ ਚੀਜ਼ਾਂ ਦਾ ਸਰਪ੍ਰਸਤ ਦੇ ਤੌਰ ਤੇ ਜਾਣਿਆ ਜਾਂਦਾ ਹੈ। ਜਦੋਂ ਵੀ ਕੁਝ ਚੀਜ਼ ਗੁਆ ਜਾਂਦਾ ਹੈ ਅਤੇ ਵਿਸ਼ਵਾਸੀ ਸੰਤ ਐਂਥਨੀ ਦਾ ਸਰਪ੍ਰਸਤ ਮੰਗਦੇ ਹਨ। ਸੰਸਾਰਪੁਰ ਦੇ ਵਿੱਚ ਸੰਤ ਐਂਥਨੀ ਦਾ ਭਗਤੀ ਬਹੁਤ ਮਹੱਤਤਾ ਰੱਖਦੇ ਹਨ। ਇੱਥੇ ਹਰ ਮੰਗਲਵਾਰ ਦਾ ਦਿਨ ਪਾਕਮਾਸ ਹੁੰਦਾ ਹੈ ਸ਼ਾਮ ਨੂੰ ਅਤੇ ਪਾਕਮਾਸ ਤੋਂ ਬਾਅਦ ਸੰਤ ਐਂਥਨੀ ਦਾ ਨਵੇਨਾ ਪੜ੍ਹਿਆ ਜਾਂਦਾ ਹੈ। ਇਸ ਨਵੇਨੇ ਦੇ ਵਿੱਚ ਇੱਥੇ ਦੀ ਕਲੀਸਿਆ ਬਹੁਤ ਸ਼ਰਧਾ ਅਤੇ ਭਗਤੀ ਨਾਲ ਭਾਗ ਲੈਂਦੇ ਹਨ ਅਤੇ ਉਹ ਸੰਤ ਐਂਥਨੀ ਦਾ ਸਿਫਾਰਿਸ਼ ਮੰਗਦੇ ਹਨ। ਉਸ ਦੀ ਸਿਫਾਰਿਸ਼ ਦੇ ਜ਼ਰੀਏ ਇਸ ਪਿੰਡ ਦੇ ਲੋਕਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਦੇ ਹਨ। ਬਹੁਤ ਸਾਰੇ ਲੋਕ ਇਸ ਗੱਲ ਦਾ ਗਵਾਹੀ ਦਿੰਦੇ ਹਨ।
ਸੋ ਅਸੀਂ ਜਾਣਿਆ ਕਿ ਕਿਸ ਤਰ੍ਹਾਂ ਇਸ ਪਿੰਡ ਦੇ ਲੋਕਾਂ ਦਾ ਵਿਸ਼ਵਾਸ ਸੰਤ ਐਂਥਨੀ ਦੀ ਸਰਪ੍ਰਸਤੀ ਦੇ ਦੁਆਰਾ ਕੀਤੀ ਗਈ ਪ੍ਰਾਰਥਨਾ ਦੇ ਵਿੱਚ ਬਣਿਆ ਹੋਇਆ ਹੈ ਅਤੇ ਕਿਸ ਤਰ੍ਹਾਂ ਬਹੁਤ ਸਾਰੇ ਲੋਕ ਇਸ ਗਿਰਜਾਘਰ ਦੇ ਵਿੱਚ ਆ ਕੇ ਪ੍ਰਾਰਥਨਾ ਕਰਕੇ ਮੰਨਤ ਮੰਗਦੇ ਹਨ ਅਤੇ ਉਹ ਪੂਰੀ ਵੀ ਹੁੰਦੀ ਹੈ, ਜਿਸ ਤਰ੍ਹਾਂ ਫਾਦਰ ਜੀ ਨੇ ਸਾਨੂੰ ਦੱਸਿਆ। ਸੋ ਫਾਦਰ ਜੀ, ਹੁਣ ਮੈਂ ਪੁੱਛਣਾ ਚਾਹਾਂਗੀ ਕਿ ਇਸ ਗਿਰਜਾਘਰ ਦੀ ਕਲੀਸਿਆ ਜਦੋਂ ਖਾਸ ਈਦਾਂ ਦੇ ਮੌਕੇ ਹੁੰਦੇ ਹਨ, ਸਾਲਾਨਾ ਈਦ ਦਾ ਤਿਉਹਾਰ ਹੁੰਦਾ ਹੈ ਜਾਂ ਕੋਈ ਵੱਡੇ ਤਿਉਹਾਰ ਹੁੰਦੇ ਹਨ, ਉਸ ਸਮੇਂ ਕਿਸ ਤਰ੍ਹਾਂ ਤੁਹਾਨੂੰ ਕੋਆਪਰੇਟ ਕਰਦੀ ਹੈ, ਕਿਸ ਤਰ੍ਹਾਂ ਤੁਹਾਡਾ ਸਹਿਯੋਗ ਦਿੰਦੀ ਹੈ? ਇਸ ਪਿੰਡ ਦਾ ਕਲੀਸਿਆ ਦਾ ਪੈਰਿਸ਼ ਕਾਉਂਸਲ ਜੋ ਹੈ ਉਸ ਦੇ ਵਿੱਚ 24 ਮੈਂਬਰਾਂ ਹੈ। ਇਸ ਪਿੰਡ ਨੂੰ ਵੱਖ-ਵੱਖ ਨਗਰਾਂ ਦੇ ਵਿੱਚ ਵੰਡਿਆ ਗਿਆ ਹੈ, ਜਿਸ ਤਰ੍ਹਾਂ ਸੰਤ ਮਾਈਕਲ ਨਗਰ, ਸੰਤ ਮੇਰੀਸ ਨਗਰ, ਸੰਤ ਜੋਸਫ ਨਗਰ, ਇਸ ਤਰ੍ਹਾਂ 10 ਨਗਰਾਂ ਦੇ ਵਿੱਚ ਪਿੰਡ ਨੂੰ ਵੰਡਿਆ ਗਿਆ ਹੈ ਅਤੇ ਹਰ ਨਗਰ ਦੇ ਵਿੱਚੋਂ ਨੁਮਾਇੰਦੇ ਇਸ ਪੈਰਿਸ਼ ਕਾਉਂਸਲ ਦੇ ਵਿੱਚ ਮੌਜੂਦ ਨੇ, ਜਿਨ੍ਹਾਂ ਨੇ ਆਪਣੇ ਸਲਾਹ ਦੇ ਨਾਲ ਇਸ ਪੈਰਿਸ਼ ਦਾ ਹਰ ਕੰਮ ਨੂੰ ਚਲਾਉਣ ਦੇ ਵਿੱਚ ਮੇਰਾ ਸਹਿਯੋਗ ਦਿੰਦੇ ਹਨ, ਮੈਨੂੰ ਸਲਾਹ ਦਿੰਦੇ ਹਨ ਅਤੇ ਮੇਰੇ ਨਾਲ ਮਿਲ ਕੇ ਸਾਰੇ ਕੰਮ ਨੂੰ ਚਲਾਉਂਦੇ ਹਨ। ਸੋ ਫਾਦਰ ਜੀ, ਹੁਣ ਅਸੀਂ ਜਾਣਨਾ ਚਾਹਾਂਗੇ ਕਿ ਅਸੀਂ ਜਾਣਦੇ ਹਾਂ ਕਿ ਤੁਸੀਂ ਹਾਲ ਹੀ ਵਿੱਚ ਇਸ ਗਿਰਜਾਘਰ ਦੇ ਵਿੱਚ ਐਜ਼ ਅ ਪੈਰਿਸ਼ ਪ੍ਰੀਸਟ ਅਪਾਇੰਟ ਕੀਤੇ ਗਏ ਹੋ। ਸੋ ਤੁਹਾਡਾ ਵਿਅਕਤੀਗਤ ਅਨੁਭਵ ਕੀ ਹੈ ਇਸ ਗਿਰਜਾਘਰ ਦੇ ਨਾਲ ਜੁੜਿਆ ਹੋਇਆ, ਪਰਸਨਲ ਐਕਸਪੀਰੀਅੰਸ ਤੁਹਾਡਾ? ਮੈਂ 6 ਜੂਨ 2021 ਨੂੰ ਇਸ ਪੈਰਿਸ਼ ਦੇ ਵਿੱਚ ਮੇਰਾ ਸੇਵਾ ਦਾ ਕੰਮ ਨੂੰ ਆਰੰਭ ਕੀਤਾ। 6 ਜੂਨ ਨੂੰ ਇਸ ਪੈਰਿਸ਼ ਦਾ ਚਾਰਜ ਸੰਭਾਲਣ ਤੋਂ ਬਾਅਦ 13 ਜੂਨ ਨੂੰ ਇੱਥੇ ਸੰਤ ਐਂਥਨੀ ਦਾ ਈਦ ਮਨਾਇਆ ਗਿਆ। ਸਾਲਾਨਾ ਈਦ ਮਨਾਇਆ ਗਿਆ। ਬਹੁਤ ਧੂਮਧਾਮ ਨਾਲ ਨਹੀਂ ਮਨਾਇਆ ਗਿਆ ਤਾਂ ਕਿ ਉਸ ਵੇਲੇ ਜੋ ਕੋਵਿਡ ਪ੍ਰੋਟੋਕੋਲ ਸੀ ਉਹ ਲਾਗੂ ਸੀ, ਇਸ ਲਈ ਅਸੀਂ ਸਾਰਿਆਂ ਨੂੰ ਇਸ ਈਦ ਵਿੱਚ ਹਿੱਸਾ ਲੈਣ ਵਾਸਤੇ 5 ਪਕਮਾਸਾਂ ਈਦ ਵਾਲੇ ਦਿਨ ਇੱਥੇ ਚੜਾਇਆ ਗਿਆ ਅਤੇ ਸਾਰੇ ਪਿੰਡ ਦੇ ਵਿਸ਼ਵਾਸੀਆਂ ਨੂੰ ਪਕਮਾਸ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ। ਅਤੇ ਉਸ ਤੋਂ ਬਾਅਦ ਮੈਂ ਕਿਸੇ ਨੂੰ ਜਾਣਦਾ ਨਹੀਂ ਸੀ, ਇਸ ਲਈ ਪਛਾਣ ਬਣਾਉਣ ਵਾਸਤੇ ਮੈਂ ਘਰਾਂ ਦੇ ਵਿੱਚ ਗਿਆ, ਲੋਕਾਂ ਨੂੰ ਮਿਲਿਆ, ਉਹਨਾਂ ਨਾਲ ਗੱਲਬਾਤ ਕੀਤਾ। ਇਸ ਤਰ੍ਹਾਂ ਕੰਮ ਦਾ ਸ਼ੁਰੂਆਤ ਮੈਂ ਕੀਤਾ ਇੱਥੇ ਅਤੇ ਕੁਝ ਸਮੇਂ ਤੋਂ ਬਾਅਦ 8 ਸਤੰਬਰ ਨੂੰ ਮਾਂ ਮਰੀਮ ਦਾ ਈਦ ਮਨਾਇਆ ਗਿਆ। ਹੁਣ ਤੁਹਾਨੂੰ ਪਤਾ ਹੈ ਇਸ ਵੇਲੇ ਕੋਵਿਡ ਦਾ ਪ੍ਰੋਟੋਕੋਲ ਇੰਨਾ ਲਾਗੂ ਨਹੀਂ, ਅਸੀਂ ਖੁੱਲ੍ਹੇ ਤੌਰ 'ਤੇ ਮਨਾ ਸਕਦੇ ਹਾਂ, ਇਸ ਲਈ ਉਹ ਈਦ ਬਹੁਤ ਧੂਮਧਾਮ ਨਾਲ ਇੱਥੇ ਮਨਾਇਆ ਗਿਆ। ਸੋ ਫਾਦਰ ਜੀ, ਹੁਣ ਮੈਂ ਜਾਣਨਾ ਚਾਹਾਂਗੀ ਕਿ ਇਸ ਗਿਰਜਾਘਰ ਦੀ ਕਲੀਸਿਆ ਦੇ ਨਾਲ ਜਾਂ ਇਸ ਗਿਰਜਾਘਰ ਨੂੰ ਹੋਰ ਵੀ ਅੱਗੇ ਪ੍ਰਭੂ ਦਾ ਪ੍ਰਚਾਰ ਲੈ ਕੇ ਜਾਣ ਦੇ ਲਈ ਤੁਹਾਡੀ ਫਰਦਰ ਪਲੈਨਿੰਗਸ ਕੀ ਹਨ ਕਲੀਸਿਆ ਦੇ ਵੈਲਫੇਅਰ ਵਾਸਤੇ? ਆਉਣ ਵਾਲੇ ਅਕਤੂਬਰ ਮਹੀਨੇ ਦੇ ਵਿੱਚ ਇੱਥੇ ਬਿਸ਼ਪ ਸਾਹਿਬ ਦਾ ਦੌਰੇ ਦਾ ਆਯੋਜਨ ਕੀਤਾ ਗਿਆ ਹੈ, ਅਕਤੂਬਰ ਮਹੀਨੇ ਦਾ 17 ਤਰੀਕ ਨੂੰ। ਜੀ ਪਿਛਲੇ ਕੁਝ ਸਾਲਾਂ ਤੋਂ ਤੁਹਾਨੂੰ ਪਤਾ ਹੈ ਕੋਵਿਡ ਦੇ ਕਰਕੇ ਬਿਸ਼ਪ ਸਾਹਿਬ ਦਾ ਦੌਰਾ ਨਹੀਂ ਹੋਇਆ, ਇਸ ਕਾਰਨ ਬਹੁਤ ਸਾਰੇ ਬੱਚੇ ਤੇ ਵੱਡੇ ਵੀ ਜਿਨ੍ਹਾਂ ਦਾ ਪੱਖ ਸ਼ਰਾਕਤ ਹੋਣ ਵਾਲਾ ਹੈ, ਇਸਤਕਲਾਲ ਹੋਣ ਵਾਲਾ ਹੈ, ਹੁਣ ਅਸੀਂ ਉਹਨਾਂ ਨੂੰ ਤਿਆਰੀ ਕਰਨ ਦਾ ਕੰਮ ਦੇ ਵਿੱਚ ਅਸੀਂ ਸਾਰੇ ਲੱਗੇ ਨੇ ਅਤੇ 17 ਅਕਤੂਬਰ ਨੂੰ ਬਿਸ਼ਪ ਸਾਹਿਬ ਇੱਥੇ ਦੌਰੇ 'ਤੇ ਆਉਣਗੇ ਅਤੇ ਇਹ ਬੱਚਿਆਂ ਨੂੰ ਇਹ ਸੈਕਰਮੈਂਟਾਂ ਦਿੱਤਾ ਜਾਣਗੇ ਅਤੇ ਅਸੀਂ ਉਸ ਦੀ ਤਿਆਰੀ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਬਹੁਤ ਸਾਰੇ ਗਤੀਵਿਧੀਆਂ ਹਨ, ਉਹਨਾਂ ਗਤੀਵਿਧੀਆਂ ਨੂੰ ਚਲਾਉਣਾ। ਬਹੁਤ ਸਾਰੇ ਸੰਗਠਨ ਇਸ ਪੈਰਿਸ਼ ਦੇ ਵਿੱਚ ਕੰਮ ਕਰਦੇ ਨੇ, ਜਿਸ ਤਰ੍ਹਾਂ ਮਰੀਮ ਸੈਨਾ, ਪੈਰਿਸ਼ ਕਾਉਂਸਲ, ਯੂਥ, ਅਲਤਾਰ ਦੇ ਬਾਲਕ, ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਅੱਗੇ ਚੱਲਣਾ ਅਤੇ ਇਸ ਤਰ੍ਹਾਂ ਇਸ ਪੈਰਿਸ਼ ਦੇ ਹਰੇਕ ਵਿਅਕਤੀ ਨੂੰ ਇਕੱਠੇ ਕਰਕੇ ਅੱਗੇ ਚੱਲਣਾ, ਇਹ ਮੇਰੀ ਯੋਜਨਾ ਹੈ ਇਸ ਪੈਰਿਸ਼ ਦੇ ਲਈ।
ਸੋ ਥੈਂਕ ਯੂ ਵੈਰੀ ਮਚ ਫਾਦਰ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰਾਰਥਨਾ ਭਵਨ ਟੀਵੀ ਦੇ ਦਰਸ਼ਕਾਂ ਦੇ ਨਾਲ ਜੁੜ ਕੇ ਉਹਨਾਂ ਨੂੰ ਸੇਂਟ ਐਂਥਨੀ ਚਰਚ ਦੀਆਂ ਮਹੱਤਵਪੂਰਨ ਗੱਲਾਂ ਦੇ ਨਾਲ ਰੂਬਰੂ ਕਰਵਾਇਆ। ਮੈਂ ਵੀ ਪ੍ਰਾਰਥਨਾ ਭਵਨ ਟੀਵੀ ਦਾ ਬਹੁਤ ਧੰਨਵਾਦ ਕਰਦਾ ਹਾਂ। ਮੈਨੂੰ ਇਹ ਮੌਕਾ ਮਿਲਿਆ ਇਸ ਗਿਰਜਾਘਰ ਦੇ ਬਾਰੇ, ਸੰਸਾਰਪੁਰ ਦੀ ਕਲੀਸਿਆ ਦੇ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਸਾਂਝਾ ਕਰਨ ਦਾ। ਸੰਸਾਰਪੁਰ ਦੀ ਇਹ ਕਲੀਸਿਆ ਸਾਡੀ ਡਾਇਸਿਸ ਦੇ ਵਿੱਚ ਬਹੁਤ ਪੁਰਾਣੀ ਕਲੀਸਿਆ ਹੈ। ਇਸ ਦੇ ਬਾਰੇ ਪ੍ਰਾਰਥਨਾ ਭਵਨ ਟੀਵੀ ਦੇ ਦਰਸ਼ਕਾਂ ਨੂੰ ਕੁਝ ਗੱਲਾਂ ਉਹਨਾਂ ਨਾਲ ਸਾਂਝਾ ਕਰਨ ਦਾ ਇਹ ਮੌਕਾ, ਮੈਂ ਇਸ ਨੂੰ ਬਹੁਤ ਮਹੱਤਵਪੂਰਨ ਸਮਝਦਾ ਹਾਂ। ਸਾਰਿਆਂ ਨੂੰ ਮੇਰੇ ਵੱਲੋਂ ਜੈ ਯਿਸੂ ਦੀ। ਸੋ ਇਹ ਸਨ ਕੁਝ ਮਹੱਤਵਪੂਰਨ ਅਤੇ ਜ਼ਰੂਰੀ ਗੱਲਾਂ ਸੇਂਟ ਐਂਥਨੀ ਚਰਚ ਸੰਸਾਰਪੁਰ ਦੇ ਬਾਰੇ, ਜਿਸ ਨੂੰ ਅਸੀਂ ਜਾਣਿਆ ਇਸ ਗਿਰਜਾਘਰ ਦੇ ਮੌਜੂਦਾ ਪੈਰਿਸ਼ ਪ੍ਰੀਸਟ ਦੀ ਜ਼ਬਾਨੀ। ਤੇ ਹੁਣ ਅਸੀਂ ਗੱਲ ਕਰਾਂਗੇ ਇਸ ਗਿਰਜਾਘਰ ਦੀ ਕਲੀਸਿਆ ਦੇ ਪੈਰਿਸ਼ ਕਾਉਂਸਲ ਅਤੇ ਮਰੀਅਮ ਸੈਨਾ ਦੇ ਮੈਂਬਰਾਂ ਦੇ ਨਾਲ ਅਤੇ ਜਾਣਾਂਗੇ ਉਹਨਾਂ ਦੇ ਵਿਅਕਤੀਗਤ ਅਨੁਭਵ। ਪ੍ਰਾਰਥਨਾ ਭਵਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈ ਯਿਸੂ ਮਸੀਹ ਕੀ। ਸੋ ਦਰਸ਼ਕੋ, ਜਿਵੇਂ ਕਿ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਇਤਿਹਾਸਿਕ ਗਿਰਜਾਘਰਾਂ ਦੀ ਕੜੀ ਦੇ ਵਿੱਚ ਅੱਜ ਅਸੀਂ ਪਹੁੰਚ ਚੁੱਕੇ ਹਾਂ ਸੇਂਟ ਐਂਥਨੀ ਚਰਚ ਸੰਸਾਰਪੁਰ, ਅਤੇ ਅੱਜ ਹੁਣ ਇਸ ਸਮੇਂ ਮੇਰੇ ਨਾਲ ਹਨ ਇਸ ਗਿਰਜਾਘਰ ਦੇ ਪੈਰਿਸ਼ ਕਾਉਂਸਲ ਦੇ ਪ੍ਰਧਾਨ ਮਿਸਟਰ ਗਿਰਧਾਰੀ ਲਾਲ ਜੀ ਅਤੇ ਮਰੀਅਮ ਸੈਨਾ ਵਿੰਗ ਦੀਆਂ ਕੁਝ ਭੈਣਾਂ। ਅਸੀਂ ਜਾਣਾਂਗੇ ਇਹਨਾਂ ਤੋਂ ਇਸ ਗਿਰਜਾਘਰ ਦੇ ਕੁਝ ਮਹੱਤਵਪੂਰਨ ਗੱਲਾਂ ਨੂੰ। ਸੋ ਸਭ ਤੋਂ ਪਹਿਲਾਂ ਸਰ, ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਸਾਨੂੰ ਇਸ ਗਿਰਜਾਘਰ ਦੇ ਇਤਿਹਾਸ ਦੇ ਬਾਰੇ ਅਤੇ ਕੀ ਤੁਹਾਡਾ ਵਿਅਕਤੀਗਤ ਅਨੁਭਵ ਹੈ, ਤੁਹਾਡਾ ਪਰਸਨਲ ਐਕਸਪੀਰੀਅੰਸ ਹੈ ਇਸ ਗਿਰਜਾਘਰ ਦੇ ਨਾਲ, ਉਸ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਜੈ ਯਿਸੂ ਮਸੀਹ ਦੀ। ਮੈਂ ਸੰਸਾਰਪੁਰ ਪੈਰਿਸ਼ ਕਾਉਂਸਲ ਦਾ ਪ੍ਰਧਾਨ ਗਿਰਧਾਰੀ ਲਾਲ, ਔਰ ਮੈਂ ਇੰਡੀਅਨ 에ਅਰ ਫੋਰਸ ਦੇ ਵਿੱਚੋਂ ਰਿਟਾਇਰਡ ਵਾਰੰਟ ਅਫੀਸਰ ਹਾਂ, ਔਰ ਇਸ ਗਿਰਜਾਘਰ ਦੇ ਬਾਰੇ ਵਿੱਚ ਜੋ ਵੀ ਪਿਛੋਕੜ ਹਨ ਉਸ ਦੇ ਬਾਰੇ ਵਿਸਥਾਰ ਨਾਲ ਦੱਸ ਰਿਹਾ ਹਾਂ ਕਿ ਸਭ ਤੋਂ ਪਹਿਲਾਂ ਇੱਥੇ ਕੈਥੋਲਿਕ ਕਲੀਸਿਆ ਜੋ ਹੈ 1937 ਦੇ ਵਿੱਚ ਆਰੰਭ ਹੋਈ, ਔਰ ਉਸ ਸਮੇਂ ਦੇ ਵਿੱਚ ਕੈਪਚਨ ਬ੍ਰਦਰ ਸਾਹਿਬਾਨ ਇਸ ਪਿੰਡ ਦੇ ਵਿੱਚ ਉਹਨਾਂ ਨੇ ਆਪਣਾ ਆਗਮਨ ਕੀਤਾ, ਔਰ ਉਸ ਦੌਰਾਨ ਇੱਥੇ ਦੇ ਲੋਕਾਂ ਨੇ ਉਹਨਾਂ ਦਾ ਬਹੁਤ ਵਿਰੋਧ ਕੀਤਾ, ਔਰ ਉਹਨਾਂ ਨੇ ਪੱਥਰ ਵੀ ਮਾਰੇ, ਔਰ ਜਦੋਂ ਇੱਥੇ ਉਹ ਆਉਂਦੇ ਸਨ ਉਹਨਾਂ ਨੂੰ ਬੈਠਣ ਵਾਸਤੇ ਕੋਈ ਚੇਅਰ ਜਾਂ ਚਾਰਪਾਈ ਨਹੀਂ ਦਿੱਤੀ ਜਾਂਦੀ ਸੀ। ਉਹ ਜ਼ਮੀਨ ਦੇ ਉੱਤੇ ਬੈਠ ਕੇ ਹੀ ਪ੍ਰਚਾਰ ਕਰਦੇ ਸਨ, ਔਰ ਉਹ ਤਸਵੀਰਾਂ ਦੇ ਰਾਹੀਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਪੜ੍ਹਾਉਂਦੇ ਸਨ, ਔਰ ਮਸੀਹੀ ਤਾਲੀਮ ਦਿੰਦੇ ਸਨ, ਔਰ ਉਹਨਾਂ ਦੀ ਅਣਥੱਕ ਮਿਹਨਤ ਦੇ ਤੇ ਔਰ ਸਹਿਨਸ਼ੀਲਤਾ ਦੇ ਦੁਆਰਾ ਉਹ ਫਰੂਟ ਲੈ ਕੇ ਆਏ, ਔਰ ਉਸ ਤੋਂ ਬਾਅਦ ਲੋਕਾਂ ਨੇ ਉਹਨਾਂ ਨੂੰ ਅਸੈਪਟ ਕੀਤਾ, ਔਰ ਉਸ ਤੋਂ ਬਾਅਦ ਇੱਥੇ ਕੈਥੋਲਿਕ ਕਲੀਸਿਆ ਫਾਰਮ ਹੋਈ, ਔਰ ਉਹਨਾਂ ਨੇ ਉਹਨਾਂ ਬੱਚਿਆਂ ਨੂੰ, ਔਰ ਉਹ ਸਾਰੇ ਕੈਪਚਨ ਬ੍ਰਦਰਸ ਉਹਨਾਂ ਬੱਚਿਆਂ ਨੂੰ ਸਿੱਖਿਆ ਦੇਣ ਲੱਗੇ, ਔਰ ਉਸ ਤੋਂ ਬਾਅਦ ਜੋ ਹੈ ਫਾਦਰ ਗੋਥਾਨ ਤੇ ਫਾਦਰ ਐਵਰੈਸਟ ਇਹਨਾਂ ਮਿਸ਼ਨਰੀਆਂ ਨੂੰ ਮਿਲ ਕੇ ਇਸ ਪਿੰਡ ਦੇ ਵਿੱਚ ਉਹਨਾਂ ਨੇ ਆਗਮਨ ਕੀਤਾ, ਔਰ ਕੈਥੋਲਿਕ ਕਲੀਸਿਆ ਨੂੰ ਅੱਗੇ ਵਧਾਇਆ। ਔਰ ਇਹ ਜੋ ਕੁਝ ਵੀ ਹੈ ਇਹ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਸੀ, ਔਰ ਇਸ ਦੇ ਦੌਰਾਨ ਮੈਂ ਬਾਬੂ ਸਰਾਜ ਔਰ ਬਾਬੂ ਸਰਾਫਿਨ ਬਾਰੇ ਵੀ ਦੱਸਾਂਗਾ ਕਿ ਉਹਨਾਂ ਨੇ ਵੀ ਇਸ ਕੈਥੋਲਿਕ ਕਲੀਸਿਆ ਸੰਸਾਰਪੁਰ ਸੇਂਟ ਐਂਥੋਨੀ ਚਰਚ ਦੇ ਵਿੱਚ ਆਪਣਾ ਬਹੁਤ ਹੀ ਮਹੱਤਵਪੂਰਨ ਯੋਗਦਾਨ ਪਾਇਆ। ਔਰ ਉਸ ਤੋਂ ਬਾਅਦ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਤੋਂ ਬਾਅਦ ਲਾਹੌਰ ਦੇ ਆਰਚ ਬਿਸ਼ਪ ਮਾਰਸ਼ਲ ਰੋਜ਼ਰ ਇਸ ਪਿੰਡ ਦੇ ਵਿੱਚ ਆਏ, ਔਰ ਉਹਨਾਂ ਦਾ ਬਹੁਤ ਹੀ ਨਿੱਘਾ ਸਵਾਗਤ ਕੀਤਾ ਗਿਆ। ਉਸ ਤੋਂ ਬਾਅਦ ਦਿਨ ਬ ਦਿਨ ਇਹ ਕੈਥੋਲਿਕ ਕਲੀਸਿਆ ਤਰੱਕੀ ਕਰਦੀ ਗਈ, ਔਰ ਸਟਾਰਟਿੰਗ ਦੇ ਵਿੱਚ ਇੱਥੇ ਕੋਈ ਬਹੁਤ ਵੱਡਾ ਗਿਰਜਾਘਰ ਨਹੀਂ ਸੀ, ਛੋਟਾ ਜਿਹਾ ਘਰ ਸੀ, ਔਰ ਉਸ ਦੇ ਵਿੱਚ ਹੀ ਪ੍ਰਾਰਥਨਾ ਕੀਤੀ ਜਾਂਦੀ ਸੀ। ਔਰ 2002 ਦੇ ਵਿੱਚ ਸਾਡੇ ਅਤੀ ਸਤਿਕਾਰਯੋਗ ਡਾਕਟਰ ਬਿਸ਼ਪ ਸਿੰਪੋਰੀਅਨ ਉਹਨਾਂ ਨੇ ਇਸ ਗਿਰਜਾਘਰ ਜੋ ਅੱਜ ਜਿਸ ਦੇ ਵਿੱਚ ਅਸੀਂ ਰਹਿ ਰਹੇ ਹਾਂ ਔਰ ਦੇਖ ਰਹੇ ਹਾਂ, ਇਹ ਉਹਨਾਂ ਨੇ ਇਸ ਦੀ ਫਾਊਂਡੇਸ਼ਨ ਰੱਖੀ, ਨੀਂਹ ਪੱਥਰ ਰੱਖਿਆ, ਔਰ ਉਸ ਤੋਂ ਬਾਅਦ ਇਹ ਗਿਰਜਾਘਰ
ਬਣ ਕੇ ਤਿਆਰ ਹੋਇਆ ਔਰ ਉਹਨਾਂ ਦੇ ਦੁਆਰਾ ਹੀ ਇਸ ਗਿਰਜਾ ਘਰ ਦੀ ਓਪਨਿੰਗ ਕੀਤੀ ਗਈ। ਸਮੇਂ ਅਨੁਸਾਰ ਬਹੁਤ ਸਾਰੇ ਫਾਦਰਸ ਸਟਾਰਟਿੰਗ ਸ਼ੁਰੂ ਦੇ ਵਿੱਚ ਬੈਲਜੀਅਮ ਤੋਂ ਬਹੁਤ ਸਾਰੇ ਮਿਸ਼ਨਰੀਜ਼ ਕੈਪਚੂਨ ਫਾਦਰਸ ਇਸ ਪਿੰਡ ਦੇ ਵਿੱਚ ਕੈਥੋਲਿਕ ਕਲੀਸਿਆ ਦੀ ਸੇਵਾ ਕਰਨ ਦੇ ਵਿੱਚ ਆਏ ਔਰ ਉਹਨਾਂ ਨੇ ਬਹੁਤ ਹੀ ਮਹੱਤਵਪੂਰਨ ਯੋਗਦਾਨ ਦਿੱਤਾ। ਉਸ ਤੋਂ ਬਾਅਦ ਸਾਡੇ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਬਾਅਦ ਸਾਡੇ ਬਹੁਤ ਸਾਰੇ ਫਾਦਰ ਸਾਹਿਬਾਨਾਂ ਨੇ ਇਸ ਚਰਚ ਦੇ ਵਿੱਚ ਆਪਣੀ ਸੇਵਾ ਨਿਭਾਈ ਔਰ ਇਸ ਸੇਵਾ ਦੇ ਦੌਰਾਨ ਇਸ ਪਿੰਡ ਨੇ ਬਹੁਤ ਹੀ ਤਰੱਕੀ ਕੀਤੀ। ਜਿਸ ਤਰ੍ਹਾਂ ਕਿ ਇਸ ਚਰਚ ਦਾ ਨਾਮ ਸੇਂਟ ਐਂਥੋਨੀ ਕੈਥੋਲਿਕ ਚਰਚ ਸੰਸਾਰਪੁਰ ਰੱਖਿਆ ਗਿਆ ਹੈ। ਇਸੇ ਕਰਕੇ ਇਸ ਦਾ ਨੀਂਹ ਪੱਥਰ ਵੀ ਜੂਨ ਦੇ ਮਹੀਨੇ ਦੇ ਵਿੱਚ ਹੀ ਰੱਖਿਆ ਗਿਆ ਹੈ। ਅੱਜ ਇਹ ਚਰਚ ਜੋ ਹੈ ਇੱਕ ਬਹੁਤ ਹੀ ਧਾਰਮਿਕ ਸਥਾਨ ਬਣ ਗਿਆ ਹੈ ਔਰ ਲੋਕਾਂ ਦੇ ਸ਼ਰਧਾ ਦੇ ਅਨੁਸਾਰ ਬਹੁਤ ਸਾਰੇ ਲੋਕ ਇੱਥੇ ਆਪਣੀਆਂ ਮੰਗਾਂ ਮੰਨਤਾਂ ਅਰਦਾਸਾਂ ਲੈ ਕੇ ਆਉਂਦੇ ਹਨ ਔਰ ਪੂਰੀਆਂ ਹੁੰਦੀਆਂ ਹਨ ਔਰ ਅਸੀਂ ਸੇਂਟ ਐਂਥੋਨੀ ਦੇ ਉਪਲਕਸ਼ ਦੇ ਵਿੱਚ ਈਦ ਨੂੰ ਮਨਾਉਂਦੇ ਹਾਂ। ਬਹੁਤ ਸਾਰੇ ਲੋਕ ਬਾਹਰੋਂ ਵੀ ਇਸ ਚਰਚ ਦੇ ਵਿੱਚ ਇਸ ਸਮੇਂ ਆਉਂਦੇ ਹਨ ਔਰ ਮੈਂ ਆਪਣਾ ਐਕਸਪੀਰੀਅੰਸ ਜੋ ਇਸ ਦੇ ਬਾਰੇ ਦੱਸ ਰਿਹਾ ਹਾਂ ਕਿ ਮੈਂ ਸਰਵਿਸ ਦੇ ਦੌਰਾਨ 1976 ਦੇ ਵਿੱਚ ਜਦੋਂ ਮੇਰੀ ਮੈਰਿਜ ਹੋਈ ਉਸ ਸਮੇਂ ਮੈਂ ਇਸ ਮਸੀਹਤ ਦੇ ਵਿੱਚ ਆਇਆ ਔਰ ਮੈਂ ਆਪਣੀ ਸਰਵਿਸ ਦੇ ਦੌਰਾਨ ਵੀ ਬਹੁਤ ਸਾਰੇ ਧਾਰਮਿਕ ਗਿਰਜਾ ਘਰਾਂ ਦੇ ਵਿੱਚ ਵਿਜ਼ਿਟ ਕੀਤਾ, ਪਰ ਜੋ ਮੈਂ ਇਸ ਗਿਰਜਾ ਘਰ ਦੇ ਵਿੱਚ ਮਹਿਸੂਸ ਕੀਤਾ ਹੈ, ਇਸ ਗਿਰਜਾ ਘਰ ਦੀ ਜੋ ਮਹਾਨਤਾ ਹੈ, ਪ੍ਰਬਲਤਾ ਹੈ, ਉਹ ਬਹੁਤ ਹੀ ਮਹਾਨ ਹੈ। ਔਰ ਮੈਂ ਸੰਸਾਰਪੁਰ ਪੈਰਿਸ਼ ਦਾ ਪ੍ਰਧਾਨ ਹੋਣ ਦੇ ਨਾਤੇ ਅਸੀਂ ਆਪਣੇ ਫਾਦਰ ਸਾਹਿਬਾਨ ਦੇ ਨਾਲ ਪੂਰੀ ਤਰ੍ਹਾਂ ਸਹਿਯੋਗ ਕਰਦੇ ਹਾਂ। ਮਸੀਹਤ ਇਸ ਨੂੰ ਅੱਗੇ ਵਧਾਉਣ ਵਾਸਤੇ ਸਾਡੇ ਪਿੰਡ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਰੱਖੀਆਂ ਗਈਆਂ ਹਨ, ਜਿਸ ਤਰ੍ਹਾਂ ਕਿ ਮਰੀਮ ਸੈਨਾ, ਹੋਰ ਵੀ ਇਸ ਦੇ ਨਾਲ ਅਟੈਚ ਹਨ। ਛੋਟੀ ਮਸੀਹੀ ਤਾਲੀਮ ਘਰਾਂ ਦੇ ਵਿੱਚ ਜਾ ਕੇ ਇਹ ਬੱਚਿਆਂ ਨੂੰ ਤਾਲੀਮ ਸਿਖਾਉਂਦੇ ਹਨ ਔਰ ਉਹਨਾਂ ਨੂੰ ਅੱਗੇ ਆਉਣ ਵਾਸਤੇ ਪ੍ਰੇਰਿਤ ਕਰਦੇ ਹਨ। ਮੈਂ ਦੱਸਣਾ ਚਾਹੁੰਦਾ ਹਾਂ ਕਿ ਇਸ ਕੈਥੋਲਿਕ ਕਲੀਸਿਆ ਸੇਂਟ ਐਂਥੋਨੀ ਚਰਚ ਦੇ ਵਿੱਚ ਜਿੰਨੀ ਲੋਕਾਂ ਦੀ ਸ਼ਰਧਾ ਹੈ, ਉਹ ਸ਼ਰਧਾ ਦੇ ਦੁਆਰਾ ਇਸ ਪਿੰਡ ਦੇ ਵਿੱਚੋਂ ਸਾਡੇ ਅਤੀ ਸਤਿਕਾਰਯੋਗ ਫਾਦਰ ਜੌਨ ਗਰੇਵਾਲ ਵੀ ਹਨ, ਸਿਸਟਰ ਨੇਵੀਆ ਔਰ ਹੋਰ ਵੀ ਕਈ ਸਿਸਟਰ ਇਸ ਪਿੰਡ ਦੇ ਵਿੱਚੋਂ ਇਹਨਾਂ ਚੀਜ਼ਾਂ ਤੋਂ ਸ਼ਰਧਾ ਰੱਖਦੇ ਹੋਏ ਕੈਥੋਲਿਕ ਕਲੀਸਿਆ ਔਰ ਮਸੀਹਤ ਨੂੰ ਅੱਗੇ ਵਧਾਉਣ ਵਾਸਤੇ ਆਪਣਾ ਯੋਗਦਾਨ ਦੇ ਰਹੇ ਹਨ। ਔਰ ਨਾਲ ਹੀ ਨਾਲ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਭ ਤੋਂ ਪਹਿਲਾਂ ਸਾਡੇ ਇਸ ਪਿੰਡ ਦੇ ਵਿੱਚ ਮੁਨਾਦ ਭਰਾ ਬਾਬੂ ਗਿਆਨ ਜੀ, ਜਿਨ੍ਹਾਂ ਦਾ ਅੱਜ ਨਾਮ ਲੈਣਾ ਔਰ ਉਹਨਾਂ ਦੇ ਬਾਰੇ ਵਿੱਚ ਦੱਸਣਾ ਬਹੁਤ ਜ਼ਰੂਰੀ ਹੈ। ਔਰ ਇਸ ਛੋਟੀ ਪਨੀਰੀ ਤੋਂ ਲੈ ਕੇ ਵੱਡਿਆਂ ਤੱਕ ਉਹਨਾਂ ਦਾ ਯੋਗਦਾਨ ਜੋ ਹੈ ਬਹੁਤ ਹੀ ਵਧੀਆ ਰਿਹਾ। ਅੱਜ ਵੀ ਇਸ ਪਿੰਡ ਦੇ ਲੋਕ ਉਹਨਾਂ ਨੂੰ ਬੜੇ ਸਤਿਕਾਰ ਨਾਲ ਯਾਦ ਕਰਦੇ ਹਨ ਔਰ ਉਹਨਾਂ ਦਾ ਪੈਤਰਿਕ ਗਾਮ ਜੋ ਕਿ ਅੰਮ੍ਰਿਤਸਰ ਵਿੱਚ ਹੈ, ਉਹਨਾਂ ਦੇ ਅਖੀਰੀ ਸਾਂਸ ਲੈਣ ਦੇ ਵਿੱਚ ਜਦੋਂ ਮਤਲਬ ਉਹ ਇਸ ਸੰਸਾਰ ਤੋਂ ਚਲਾਣਾ ਕਰ ਗਏ ਤਾਂ ਲੋਕਾਂ ਨੇ ਆਪਣੀਆਂ ਸ਼ਰਧਾ ਦਿਖਾਉਂਦੇ ਹੋਏ ਉਹਨਾਂ ਦੇ ਪਿੰਡ ਦੇ ਵਿੱਚ ਜਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਸਾਡੇ ਪਿੰਡ ਦੇ ਦੂਸਰੇ ਬਾਬੂ ਜੀ, ਬਾਬੂ ਇੰਦਰਿਆਸ, ਉਹਨਾਂ ਨੇ ਵੀ ਇਸ ਪਿੰਡ ਦੇ ਵਿੱਚ ਮਸੀਹਤ ਨੂੰ ਔਰ ਸਾਡੇ ਕੈਥੋਲਿਕ ਸੇਂਟ ਐਂਥੋਨੀ ਚਰਚ ਦੀ ਅਗਵਾਈ ਕੀਤੀ ਔਰ ਉਹਨਾਂ ਨੇ ਵੀ ਆਪਣਾ ਬਹੁਤ ਹੀ ਯੋਗਦਾਨ ਦਿੱਤਾ। ਇਹਨਾਂ ਦੋਨਾਂ ਮੁਨਾਦ ਭਰਾਵਾਂ ਦਾ ਵਰਣਨ ਜਾਂ ਉਹਨਾਂ ਦੇ ਬਾਰੇ ਅੱਜ ਦੱਸਣਾ ਇਸ ਲਈ ਜ਼ਰੂਰੀ ਬਣ ਗਿਆ ਹੈ ਕਿਉਂਕਿ ਉਹਨਾਂ ਦਾ ਯੋਗਦਾਨ ਬਹੁਤ ਵਧੀਆ ਔਰ ਬਹੁਤ ਲੰਬੇ ਅਰਸੇ ਤੱਕ ਉਹਨਾਂ ਨੇ ਆਪਣਾ ਯੋਗਦਾਨ ਇਸ ਪਿੰਡ ਦੇ ਵਿੱਚ ਦਿੱਤਾ। ਹੋਰ ਵੀ ਬਹੁਤ ਸਾਰੇ ਮੁਨਾਦ ਭਰਾ ਇਸ ਪਿੰਡ ਦੇ ਵਿੱਚ ਆਏ ਔਰ ਉਹਨਾਂ ਨੇ ਆਪਣੀਆਂ ਸੇਵਾਵਾਂ ਜੋ ਹੈ ਬੜੇ ਸੁਚੱਜੇ ਢੰਗ ਦੇ ਨਾਲ ਦਿੱਤੀਆਂ, ਪਰ ਇਹਨਾਂ ਦਾ ਵਰਣਨ ਕਰਨਾ ਅਤੀ ਜ਼ਰੂਰੀ ਸੀ। ਔਰ
ਨਾਲ ਹੀ ਨਾਲ ਇਹ ਚਰਚ सेंट एंथोनी जो है उसके नाम से दिन दुगनी और रात चौगनी तरक्की कर रहा है। और मैं परमेश्वर अगे प्रार्थना करता हाँ कि ये चर्च और कैथोलिक कलीसिया इस तरह ही अगे बढ़ती जाए। धन्यवाद। जय जसु मसीह। ਸੋ ਹੁਣ ਮੈਂ ਪਿੰਕੀ ਜੀ ਕੋਲੋਂ ਜੋ ਕਿ ਇਸ ਗਿਰਜਾ ਘਰ ਦੀ ਮਰੀਅਮ ਸੈਨਾ ਵਿੰਗ ਦੇ ਕੈਸ਼ੀਅਰ ਹਨ ਉਹਨਾਂ ਨੂੰ ਪੁੱਛਣਾ ਚਾਹਾਂਗੀ ਕਿ ਕਿਸ ਤਰ੍ਹਾਂ ਉਹ ਇਸ ਗਿਰਜਾ ਘਰ ਦੇ ਪੈਰਿਸ਼ ਪ੍ਰੀਸਟ ਅਤੇ ਮੁਨਾਦਾਂ ਦੇ ਨਾਲ ਪ੍ਰਭੂ ਦਾ ਵਚਨ ਫੈਲਾਉਣ ਦੇ ਵਿੱਚ ਸਹਿਯੋਗ ਕਰਦੇ ਹਨ। ਅਸੀਂ ਇੱਥੇ ਸੈਂਟ ਐਂਥਨੀ ਦੇ ਮੰਗਲਵਾਰ ਨੂੰ ਅਸੀਂ ਨਵੀਨਾ ਪੜ੍ਹਦੇ ਹਾਂ ਅਤੇ ਬਾਊ ਜੀ ਸਾਨੂੰ ਜੋ ਗਾਈਡ ਕਰਦੇ ਹਨ, ਪ੍ਰੇਅਰ ਵਗੈਰਾ ਜਿਸ ਘਰ ਦੇ ਵਿੱਚ ਹੋਣੀ ਹੈ ਉਸ ਦੇ ਬਾਰੇ ਦੱਸਦੇ ਹਨ ਅਤੇ ਅਸੀਂ ਉਹਨਾਂ ਘਰਾਂ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਅਸੀਂ ਰੋਜ਼ੀ ਪੜ੍ਹਦੇ ਹਾਂ ਭੈਣਾਂ ਨਾਲ ਮਿਲ ਕੇ, ਫਿਰ ਅਸੀਂ ਗੀਤ ਭਜਨ ਕਰਕੇ ਅੱਧਾ ਪੌਣਾ ਘੰਟਾ ਅਸੀਂ ਆਰਾਧਨਾ ਕਰਦੇ ਹਾਂ ਅਤੇ ਉਸ ਤੋਂ ਬਾਅਦ ਪ੍ਰਭੂ ਦਾ ਵਚਨ ਬਾਊ ਜੀ ਸੁਣਾਉਂਦੇ ਹਨ। ਅਸੀਂ ਪੂਰਾ ਸਹਿਯੋਗ ਦਿੰਦੇ ਹਾਂ ਜਦੋਂ ਬਾਅਦ ਜੀ ਇਸ ਕੋਈ ਪ੍ਰੋਗਰਾਮ ਹੋਵੇ ਇਸ ਗਿਰਜਾ ਘਰ ਦੇ ਵਿੱਚ ਅਤੇ ਬਾਊ ਜੀ ਸਾਨੂੰ ਦੱਸ ਦਿੰਦੇ ਹਨ ਅਤੇ ਉਸ ਦੇ ਮੁਤਾਬਕ ਜੋ ਉਹਨਾਂ ਨੇ ਦੱਸਿਆ ਹੋਇਆ ਉਸ ਦੇ ਬਾਰੇ ਅਸੀਂ ਜ਼ਰੂਰ ਪਹਿਲਾਂ ਆ ਕੇ ਇੱਥੇ ਸਹਿਯੋਗ ਦਿੰਦੇ ਹਾਂ। ਹੁਣ ਮੈਂ ਵਿਕਟੋਰੀਆ ਜੀ ਕੋਲੋਂ ਜੋ ਕਿ ਇਸ ਗਿਰਜਾ ਘਰ ਦੇ ਪੈਰਿਸ਼ ਕਾਉਂਸਲ ਦੇ ਵਾਈਸ ਪ੍ਰੈਜ਼ੀਡੈਂਟ ਹਨ ਉਹਨਾਂ ਤੋਂ ਪੁੱਛਣਾ ਚਾਹਾਂਗੀ ਕਿ ਇਸ ਗਿਰਜਾ ਘਰ ਦੀ ਕੋਈ ਖਾਸ ਮਾਨਤਾ ਕੀ ਹੈ। ਇਸ ਗਿਰਜਾ ਘਰ ਦੀ ਖਾਸ ਮਾਨਤਾ ਹੈ ਕਿ ਸਾਡੇ ਸਰਪ੍ਰਸਤ ਸੰਤ ਐਂਥੋਨੀ ਦੇ ਦੁਆਰਾ ਬਹੁਤ ਸਾਰੇ ਲੋਕਾਂ ਨੇ ਸ਼ਰਧਾ ਦੇ ਨਾਲ 9 ਨਵੀਨੇ ਆਪਣੇ ਰੱਖਦੇ ਹੈ ਔਰ ਹਰ ਮੰਗਲਵਾਰ ਇੱਥੇ ਨਵੀਨਾ ਹੁੰਦਾ ਹੈ ਅਤੇ ਬੜੇ ਲੋਕੀ ਸ਼ਰਧਾ ਨਾਲ ਨਵੀਨਾ ਰੱਖ ਕੇ ਆਪਣੀਆਂ ਆਸ ਉਮੀਦਾਂ ਰੱਖ ਕੇ ਔਰ ਉਹਨਾਂ ਦੀ ਅਗਵਾਈ ਕਰਦੇ ਆ। ਫਿਰ ਉਹ ਆਪਣੇ ਆ ਕੇ ਸਾਰੀ ਅਗਵਾਈ ਦੇ ਬਾਰੇ ਦੱਸਦੇ ਕਿ ਸਾਡੀ ਇਹ ਸ਼ਰਧਾ ਪੂਰੀ ਹੋਈ ਹੈ ਸੰਤ ਐਂਥੋਨੀ ਦੇ ਦੁਆਰਾ ਔਰ ਮੇਰੀ ਵੀ ਬਹੁਤ ਸ਼ਰਧਾ ਪੂਰੀਆਂ ਹੋਈਆਂ ਸੰਤ ਐਂਥੋਨੀ ਦੇ ਦੁਆਰਾ। ਮੇਰੇ ਬਹੁਤ ਪ੍ਰੋਬਲਮ ਸੀਗੀਆਂ ਤਾਂ ਮੇਰੇ ਸੰਤ ਐਂਥੋਨੀ ਦੁਆਰਾ ਬਹੁਤ ਪ੍ਰੋਬਲਮ ਦੂਰ ਹੋਈਆਂ ਆ। ਇਹ ਘਰ ਬਹੁਤ ਬਲੈਸ ਆ ਪ੍ਰਭੂ ਯੀਸ਼ੂ ਦੇ ਨਾਮ ਦੇ ਉੱਤੇ। ਆਮੀਨ। ਸੋ ਰੇਖਾ ਜੀ ਤੁਸੀਂ ਮਰੀਅਮ ਸੈਨਾ ਦੇ ਮੈਂਬਰ ਹੋ, ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੀ ਕਿ ਤੁਹਾਡਾ ਵਿਅਕਤੀਗਤ ਅਨੁਭਵ ਕੀ ਹੈ ਇਸ ਗਿਰਜਾ ਘਰ ਦੇ ਨਾਲ ਜੁੜਿਆ ਹੋਇਆ। ਮੈਨੂੰ 35 ਸਾਲ ਹੋ ਗਏ ਵਿਆਹ ਕੇ ਇਸ ਪਿੰਡ ਦੇ ਵਿੱਚ ਆਏ ਹੋਏ ਸੰਸਾਰਪੁਰ ਦੇ ਵਿੱਚ ਅਤੇ ਮੈਂ ਨੌਨ ਕ੍ਰਿਸਚਨ ਸੀ, ਮੈਨੂੰ ਕੋਈ ਮਤਲਬ ਨਹੀਂ ਸੀ ਨੋਰਮਲ ਨਹੀਂ ਪਤਾ ਸੀ ਅਤੇ ਜਦ ਹੀ ਮੈਂ ਮਤਲਬ ਵਿਆਹ ਕੇ ਇਸ ਪਿੰਡ ਵਿੱਚ ਆਈ ਹਾਂ ਅਤੇ ਚਰਚ ਦੇ ਨਾਲ ਜੁੜੇ ਹੋਏ ਜਦ ਤੋਂ ਅਤੇ ਪ੍ਰਭੂ ਦੇ ਬਹੁਤ ਸਾਰੀਆਂ ਆਸ਼ੀਸ਼ਾਂ ਬਰਕਤਾਂ ਦਿੱਤੀਆਂ ਸੰਤ ਐਂਥਨੀ ਦੇ ਨਵੀਨੇ ਦੇ ਦੁਆਰਾ, ਸੰਤ ਐਂਥਨੀ ਦੀ ਸਿਫਾਰਿਸ਼ ਦੇ ਦੁਆਰਾ ਬਹੁਤ ਸਾਰੀਆਂ ਆਸ਼ੀਸ਼ਾਂ ਮਿਲੀਆਂ। ਬਹੁਤ ਸਾਰੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਦੇ ਵਿੱਚੋਂ ਗੁਜ਼ਰੇ ਅਤੇ ਪਰਮੇਸ਼ਰ ਦੇ ਅੱਗੇ ਆਣ ਕੇ ਪ੍ਰਾਰਥਨਾ ਕੀਤੀ, ਸਿਫਾਰਿਸ਼ ਮੰਗੀ ਸੰਤ ਐਂਥਨੀ ਦੀ ਅਤੇ ਉਹਨਾਂ ਦੀ ਸਿਫਾਰਿਸ਼ ਦੇ ਸਦਕਾ ਅੱਜ ਪ੍ਰਭੂ ਨੇ ਕੋਲੋਂ ਬਹੁਤ ਸਾਰੀਆਂ ਆਸ਼ੀਸ਼ਾਂ ਬਰਕਤਾਂ ਮਿਲੀਆਂ ਆ ਅਤੇ ਖੁਦਾ ਦਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਨੇ ਸਾਨੂੰ ਇੰਨਾ ਵਧੀਆ ਗਿਰਜਾ ਘਰ ਦਿੱਤਾ ਆ। ਸੰਤ ਐਂਥਨੀ ਸਰਪ੍ਰਸਤ ਸਾਨੂੰ ਦਿੱਤੇ ਆ ਕਿ ਉਹ ਸਾਡੀਆਂ ਹਮੇਸ਼ਾ ਪ੍ਰਾਰਥਨਾਵਾਂ ਨੂੰ ਸੁਣ ਕੇ ਸਾਨੂੰ ਜਵਾਬ ਦਿੰਦੇ ਆ ਕਿ ਪ੍ਰਭੂ ਹਮੇਸ਼ਾ ਸਾਡੇ ਨਾਲ ਹੁੰਦੇ ਆ। ਇਹ ਤੁਹਾਨੂੰ ਫੀਲ ਹੁੰਦਾ ਹੈ। ਹਾਂਜੀ। ਅਤੇ ਇੱਕ ਟਾਈਮ ਸੀ ਕਿ ਮੈਂ ਬਹੁਤ ਪਰੇਸ਼ਾਨ ਸੀ, ਚਰਚ ਵਿੱਚ ਆਏ ਪਾਕ ਮਾਸ ਚੱਲਦੀ ਪਈ ਸੀ। ਇਸ ਟਾਈਮ ਵੀ ਉਹ ਦਿਨ ਮੇਰੇ ਜਹਿਨ ਦੇ ਵਿੱਚ ਆ ਕਿ ਮੈਂ ਘੁਟਨੇ ਟੇਕ ਕੇ ਪ੍ਰਭੂ ਦੇ ਅੱਗੇ ਆਪਣਾ ਪੂਰਾ ਮਨ ਖੋਲ੍ਹ ਕੇ ਪ੍ਰਾਰਥਨਾ ਕਰ ਰਹੀ ਸੀ ਅਤੇ ਮੈਨੂੰ ਇੱਦਾਂ ਮਹਿਸੂਸ ਹੋਇਆ ਕਿ ਪ੍ਰਭੂ ਨੇ ਮੇਰੇ ਸਿਰ ਦੇ ਉੱਤੇ ਹੱਥ ਰੱਖਿਆ ਅਤੇ ਮੈਂ ਬਹੁਤ ਖੁਸ਼ ਹੋਈ। ਮੈਨੂੰ ਸ਼ਾਂਤੀ ਮਿਲੀ ਕਿ ਮੈਂ ਪ੍ਰਭੂ ਨੇ ਮੈਨੂੰ ਅੱਜ ਆਪਣੇ ਨਾਲ ਜੋੜਿਆ ਆ ਅਤੇ ਉਸ ਦਿਨ ਤੋਂ ਲੈ ਕੇ ਜਦ ਦੀ ਮੇਰੀ ਸ਼ਾਦੀ ਹੋਈ ਤਾਂ ਮੈਂ ਇਸ ਚਰਚ ਦੇ ਨਾਲ ਜੁੜੀ ਹਾਂ, ਪ੍ਰਭੂ ਦੇ ਨਾਲ ਜੁੜੀ ਹਾਂ ਅਤੇ ਖੁਦਾ ਦੇ ਕੋਲੋਂ ਬਹੁਤ ਸਾਰੀਆਂ ਬਰਕਤਾਂ ਆਸ਼ੀਸ਼ਾਂ ਮਿਲੀਆਂ ਆ। ਧੰਨਵਾਦ। ਸੋ ਇਹ ਸੀ ਜਾਣਕਾਰੀ ਸੰਤ ਐਂਥਨੀ ਚਰਚ ਸੰਸਾਰਪੁਰ ਦੀ, ਜਿਸ ਦੇ ਬਾਰੇ ਅਸੀਂ ਗੱਲਬਾਤ ਕੀਤੀ ਇੱਥੋਂ ਦੇ ਪੈਰਿਸ਼ ਕੌਂਸਲ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਜੀ ਦੇ ਨਾਲ ਅਤੇ ਮਰੀਅਮ ਸੈਨਾ ਦੇ ਕੁਝ ਮੈਂਬਰਾਂ ਦੇ ਨਾਲ। ਉਮੀਦ ਕਰਦੀ ਹਾਂ ਤੁਹਾਨੂੰ ਇਹ ਜਾਣਕਾਰੀ ਬੇहद ਪਸੰਦ ਆਈ ਹੋਵੇਗੀ। ਸੋ ਦਰਸ਼ਕੋ, ਸੇਂਟ ਐਂਥਨੀ ਚਰਚ ਸੰਸਾਰਪੁਰ ਦੇ ਇਸ ਐਪੀਸੋਡ ਦੇ ਵਿੱਚ ਹੁਣ ਤੱਕ ਤੁਸੀਂ ਦੇਖਿਆ ਇਸ ਗਿਰਜਾ ਘਰ ਦਾ ਬਾਹਰਲਾ ਹਿੱਸਾ ਅਤੇ ਅਸੀਂ ਗੱਲਬਾਤ ਕੀਤੀ ਇਸ ਗਿਰਜਾ ਘਰ ਦੇ ਮੌਜੂਦਾ ਪੈਰਿਸ਼ ਪ੍ਰੀਸਟ ਦੇ ਨਾਲ ਅਤੇ ਇਥੋਂ ਦੀ ਪੈਰਿਸ਼ ਕੌਂਸਲ ਦੇ ਕੁਝ ਮੈਂਬਰਾਂ ਦੇ ਨਾਲ। ਇਸੇ ਤਰ੍ਹਾਂ ਇਸ ਗਿਰਜਾ ਘਰ ਦੇ ਅਗਲੇ ਹਿੱਸੇ ਦੇ ਵਿੱਚ ਯਾਨੀ ਕਿ ਅਗਲੇ ਐਪੀਸੋਡ ਦੇ ਵਿੱਚ ਅਸੀਂ ਤੁਹਾਨੂੰ ਦੇਵਾਂਗੇ ਜਾਣਕਾਰੀ ਇਸ ਗਿਰਜਾ ਘਰ ਦੇ ਅੰਦਰਲੇ ਹਿੱਸੇ ਯਾਨੀ ਕਿ ਇੰਟੀਰੀਅਰ ਦੀ ਅਤੇ ਗੱਲਬਾਤ ਕਰਾਂਗੇ ਇਥੋਂ ਦੇ ਪੈਰਿਸ਼ ਕੌਂਸਲ ਦੇ ਮੌਜੂਦਾ ਸੈਕਟਰੀ ਜਸਟਿਨ ਗਰੇਵਾਲ ਜੀ ਦੇ ਨਾਲ।
पावन धरती दे वल तेरे वधदे कदम पावन धरती दे वल तेरे वधदे कदम तेरे जीवन दे बंदिरा खोलणगे रब दी बरकत दे नाल उजड़े खिल जाणगे सुते पाग तेरे जाग तैनू ढोलणगे पावन धरती दे वल